ਸਾਰਿਆਂ ਨੂੰ ਜੈ ਮਸੀਹ ਦੀ। ਇੱਕ ਵਾਰ ਫਿਰ ਮੈਂ ਆਪ ਦਾ ਧੰਨਵਾਦ ਕਰਦਾ, ਤੁਸੀਂ ਜੋ ਸਾਡੇ ਲਈ ਪ੍ਰਾਰਥਨਾ ਕਰ ਰਹੇ ਹੋ। ਕਾਫੀ ਅਸੀਂ ਸੰਕਟ ਦੇ ਵਿੱਚੋਂ ਹੋ ਕੇ ਨਿਕਲਦੇ ਹੋਏ ਵੀ ਪ੍ਰਭੂ ਨੇ ਮੈਨੂੰ ਫਿਰ ਇਸ ਵਚਨ ਦੇ ਨਾਲ ਰੂਬਰੂ ਹੋਣ ਦੇ ਲਈ ਮਦਦ ਕੀਤੀ ਹੈ। ਮੈਂ ਇਸ ਵਚਨ ਨੂੰ ਆਪ ਦੇ ਵਿੱਚ ਦੇਣਾ ਚਾਹੁੰਦਾ, ਕਿਉਂਕਿ ਇਸ ਸਮੇਂ ਦੇ ਵਿੱਚ ਅਸੀਂ ਅਜਿਹੀਆਂ ਪਰਿਸਥਿਤੀਆਂ ਦੇ ਵਿੱਚ ਗੁਜ਼ਰ ਰਹੇ ਹਾਂ। ਬਹੁਤ ਸਾਰੇ ਲੋਕ ਹੈ ਜੋ ਸਲੀਬ ਦੇ ਅਰਥ ਨੂੰ ਨਹੀਂ ਸੀ ਸਮਝ ਰਹੇ। ਮੈਂ ਪਿਛਲੇ ਕੱਲ ਉਸ ਦਾ ਆਪ ਨੂੰ ਉੱਤਰ ਸਮਝਣ ਦੇ ਲਈ ਮਦਦ ਕੀਤੀ ਹੈ। ਅੱਜ ਮੈਂ ਆਪ ਨੂੰ ਇਹ ਸਮਝਾਉਣਾ ਚਾਹੁੰਦਾ ਹਾਂ ਕਿ ਸਲੀਬ ਦੀ ਜਿਹੜੀ ਠੋਕਰ ਹੈ ਉਹ ਸਾਡੇ ਜੀਵਨ ਦੇ ਵਿੱਚ ਕਿਉਂ ਆਈ ਹੈ, ਕਾਰਨ ਕੀ ਹੈ। ਬਾਈਬਲ ਦੇ ਵਿੱਚ ਇੱਕ ਮੈਂ ਵਚਨ ਜੋ ਆਪ ਦੇ ਨਾਲ ਪਿਛਲੇ ਕੱਲ ਪੜ੍ਹਿਆ ਸੀ, ਪਹਿਲਾ ਕੁਰਿੰਥੀਆਂ 1 ਅਧਿਆਇ ਉਸ ਦੀ 18 ਆਇਤ। ਇੱਥੇ ਲਿਖਿਆ, ਸਲੀਬ ਦੀ ਕਥਾ ਉਹਨਾਂ ਦੇ ਭਾਣੇ ਜਿਹੜੇ ਨਾਸ਼ ਹੋ ਰਹੇ ਹਨ ਮੂਰਖਤਾਈ ਹੈ। ਜਿਹੜੇ ਨਾਸ਼ ਹੋ ਰਹੇ ਨੇ ਉਹਨਾਂ ਦੇ ਭਾਣੇ ਮੂਰਖਤਾਈ ਹੈ। ਮੂਰਖਤਾਈ ਕਿਹਨਾਂ ਦੇ ਲਈ? ਜਿਹੜੇ ਜਾਣਦੇ ਸੀ ਕਿ ਯਿਸੂ ਮਸੀਹ ਇਸ ਦੁਨੀਆ ਦੇ ਵਿੱਚ ਕਿਉਂ ਆਇਆ, ਯਿਸੂ ਮਸੀਹ ਨੇ ਇਸ ਦੁਨੀਆ ਦੇ ਵਿੱਚ ਕੀ ਕੀਤਾ, ਯਿਸੂ ਮਸੀਹ ਸਲੀਬ ਦੇ ਉੱਤੇ ਕਿਉਂ ਮਾਰਿਆ ਗਿਆ, ਯਿਸੂ ਮਸੀਹ ਮੁਰਦਿਆਂ ਵਿੱਚੋਂ ਕਿਉਂ ਜੀ ਉੱਠਿਆ, ਔਰ ਯਿਸੂ ਮਸੀਹ ਜਿਹੜਾ ਜੀ ਉੱਠਿਆ ਹੈ ਉਹ ਮੁੜ ਵਾਪਸ ਆਉਣ ਵਾਲਾ ਹੈ, ਕੀ ਕਰਨ ਦੇ ਲਈ ਆਉਣ ਵਾਲਾ ਹੈ ਅਤੇ ਉਹ ਕੀ ਕਰੇਗਾ। ਬਹੁਤ ਸਾਰੀਆਂ ਗੱਲਾਂ ਦਾ ਇਸ ਜਗ੍ਹਾ ਦੇ ਉੱਤੇ ਸਾਡੇ ਕੋਲ ਸਵਾਲ ਹੈ, ਪਰ ਇਹਨਾਂ ਸਵਾਲਾਂ ਦਾ ਉੱਤਰ ਸਾਡੇ ਜੀਵਨ ਦੇ ਵਿੱਚ ਮੈਂ ਸਮਝਦਾ ਹਾਂ ਕਿ ਜਦੋਂ ਪੌਲਸ ਰਸੂਲ ਇਸ ਵਚਨ ਨੂੰ ਲਿਖ ਰਿਹਾ ਸੀ ਜਾਂ ਇਸ ਵਚਨ ਦੇ ਉੱਤੇ ਉਸਨੇ ਵਿਚਾਰ ਕੀਤਾ ਸੀ, ਪ੍ਰਭੂ ਯਿਸੂ ਮਸੀਹ ਦੇ ਟਾਈਮ ਦੇ ਵਿੱਚ ਵੀ ਪ੍ਰਭੂ ਯਿਸੂ ਮਸੀਹ ਨੂੰ ਯਹੂਦੀ ਲੋਕਾਂ ਨੇ ਅਤੇ ਉਸ ਸਮਾਜ ਦੇ ਲੋਕਾਂ ਨੇ ਉਸ ਨੂੰ ਪਰਮੇਸ਼ਵਰ ਦੇ ਕਾਰਜ ਅਤੇ ਪਰਮੇਸ਼ਵਰ ਦੇ ਘੱਲੇ ਹੋਏ ਦੇ ਉਸ ਪੁੱਤਰ ਦੇ ਸਮਾਨ ਉਸ ਨੂੰ ਸਵੀਕਾਰ ਨਹੀਂ ਕੀਤਾ ਸੀ। ਉਹ ਉਹਨਾਂ ਦੇ ਲਈ ਠੋਕਰ ਅਤੇ ਮੂਰਖਤਾਈ ਦਾ ਕਾਰਨ ਹੈ। ਪਰ ਮੈਂ ਆਪ ਨੂੰ ਇਹ ਵੀ ਦੱਸ ਦਿੱਤਾ ਸੀਗਾ ਕਿ ਸਲੀਬ ਜਿਹੜੀ ਹੈ ਉਹ ਸਾਨੂੰ ਅੱਜ ਪਾਉਣੀ ਚਾਹੀਦੀ ਹੈ ਜਾਂ ਨਹੀਂ ਪਾਉਣੀ ਚਾਹੀਦੀ। ਮਤਲਬ ਕਿ ਕਈ ਲੋਕ ਇਸ ਤਰ੍ਹਾਂ ਕਰਦੇ ਆ। ਕੱਲ ਵੀ ਮੇਰੇ ਕੋਲ ਕੁਛ ਜਵਾਨ ਲੋਕ ਆਏ, ਉਹਨਾਂ ਨਾਲ ਵੀ ਮੈਂ ਦੇਖਿਆ ਅਤੇ ਉਹਨਾਂ ਦੇ ਕਲਾਂ ਦੇ ਵਿੱਚ ਵੀ ਕਈ ਲੋਕ ਸ਼ੌਂਕ ਦੇ ਲਈ ਪਾ ਲੈਂਦੇ ਆ ਅਤੇ ਉਹਨਾਂ ਨੂੰ ਇਸ ਦਾ ਅਰਥ ਨਹੀਂ ਪਤਾ ਹੈ। ਪਰ ਮੈਂ ਇਸ ਨੂੰ ਕੱਲ ਆਪ ਨੂੰ ਵਿਸਤਾਰ ਨਾਲ ਦੱਸ ਚੁੱਕਾ। ਅੱਜ ਮੇਰਾ ਜੋ ਵਿਸ਼ਾ ਹੈ, ਸਬਜੈਕਟ ਹੈ, ਇਹੀ ਹੈ ਕਿ ਸਲੀਬ ਦੀ ਠੋਕਰ, ਸਲੀਬ ਦੀ ਠੋਕਰ ਇਹ ਸਾਡੇ ਜੀਵਨ ਦੇ ਵਿੱਚ ਕਿਉਂ ਹੈ। ਇਸ ਦੇ ਲਈ ਵੀ ਮੈਂ ਆਪ ਦੇ ਨਾਲ ਜੋ ਵਚਨ ਪੜ੍ਹਨ ਜਾ ਰਿਹਾ ਹਾਂ ਉਹ ਹੈ ਪਹਿਲਾ ਕੁਰਿੰਥੀਆਂ ਉਸ ਦਾ 22 ਤੋਂ 24 ਵਿੱਚ ਮੈਂ ਪੜ੍ਹ ਰਿਹਾ ਹਾਂ। ਪਰ ਅਸੀਂ ਸਲੀਬ ਦਿੱਤੇ ਹੋਏ ਮਸੀਹ ਦਾ ਪ੍ਰਚਾਰ ਕਰਦੇ ਹਾਂ, ਉਹ ਯਹੂਦੀਆਂ ਦੇ ਲੇਖੇ ਠੋਕਰ ਦਾ ਕਾਰਨ ਅਤੇ ਪਰਾਈਆਂ ਕੌਮਾਂ ਦੇ ਲੇਖੇ ਮੂਰਖਤਾਈ ਹੈ। ਪਰ ਉਹਨਾਂ ਦੇ ਲੇਖੇ ਜਿਹੜੇ ਸੱਦੇ ਹੋਏ ਹਨ, ਭਾਵੇਂ ਯਹੂਦੀ ਭਾਵੇਂ ਯੂਨਾਨੀ, ਮਸੀਹ ਪਰਮੇਸ਼ਰ ਦੀ ਸ਼ਕਤੀ ਅਤੇ ਪਰਮੇਸ਼ਰ ਦਾ ਗਿਆਨ ਹੈ। ਯਹੂਦੀ ਅਤੇ ਯੂਨਾਨੀ ਲੋਕਾਂ ਦੇ ਲਈ ਇਹ ਠੋਕਰ ਦਾ ਕਾਰਨ ਹੈ। ਯਹੂਦੀ ਅਤੇ ਯੂਨਾਨੀ ਲੋਕਾਂ ਦੇ ਲਈ ਇਹ ਠੋਕਰ ਦਾ ਕਾਰਨ ਹੈ। ਕਿਉਂ ਠੋਕਰ ਦਾ ਕਾਰਨ ਹੈ? ਅਸੀਂ ਇਹ ਸਮਝਦੇ ਹਾਂ ਇਹ ਪ੍ਰਚਾਰ ਕਰਨ ਦਾ ਢੰਗ ਨਹੀਂ, ਪਰ ਮਸੀਹ ਜਿਹੜਾ ਸਲੀਬ ਦਿੱਤਾ ਗਿਆ ਅਤੇ ਮੁਰਦਿਆਂ ਵਿੱਚੋਂ ਜੀ ਉੱਠਿਆ ਅਤੇ ਅਖਤਿਆਰ ਅਤੇ ਸ਼ਕਤੀ ਦਾ ਸੰਦੇਸ਼ ਜਿਹੜਾ ਮੂਰਖਤਾਈ ਗਿਣਿਆ ਗਿਆ। ਜਦੋਂ ਪ੍ਰਭੂ ਜੀ ਉੱਠਿਆ ਤਾਂ ਉਹ ਸ਼ਕਤੀ ਦਾ ਪ੍ਰਚਾਰ ਸੀ, ਉਹ ਸ਼ਕਤੀ ਮੁਰਦਿਆਂ ਵਿੱਚੋਂ ਜੀ ਉੱਠਣ ਦੀ ਸ਼ਕਤੀ। ਇਸ ਕਰਕੇ ਤਾਂ ਪੌਲਸ ਕਹਿੰਦਾ ਹੈ, ਜਦੋਂ ਉਹ ਜਵਾਲਿਆ ਗਿਆ ਤਾਂ ਅਸੀਂ ਵੀ ਜਵਾਲੇ ਗਏ, ਜਵਾਲੇ ਜਾਵਾਂਗੇ। ਬਾਈਬਲ ਦੇ ਵਿੱਚ ਪੌਲਸ ਰਸੂਲ ਇਸ ਦਾ ਸਾਨੂੰ ਸਾਫ਼ ਤੌਰ ਤੇ ਉੱਤਰ ਦਿੰਦਾ ਹੈ, ਰੋਮੀਆਂ ਦੇ ਵਿੱਚ ਵੀ ਦਿੰਦਾ ਹੈ ਅਤੇ ਕੁਰਿੰਥ ਦੇ ਵਿੱਚ ਵੀ ਦਿੰਦਾ ਹੈ। ਅਸੀਂ ਹੁਣ ਮੁਰਦੇ ਨਹੀਂ ਹਾਂ,
ਹੁਣ ਅਸੀਂ ਮਸੀਹ ਵਿੱਚ ਜੈਵੰਤ ਹਾਂ। ਜਿਹੜੇ ਮੁਰਦੇ ਸਮਝਦੇ ਆ ਉਹ ਆਪਣਾ ਸਲੀਬ ਦੇ ਪਿੱਛੇ ਅੱਜ ਵੀ ਉਸ ਨੂੰ ਦੇਖ ਕੇ ਆਪਣੇ ਜੀਵਨ ਨੂੰ ਨਾਸ਼ ਕਰ ਰਹੇ ਆ, ਬਲਕਿ ਜੋ ਸਲੀਬ ਦੇ ਉੱਤੇ ਦਿੱਤਾ ਗਿਆ ਮੇਰੇ ਲਈ ਸ਼ਰਾਪਿਤ ਹੋਇਆ ਉਹਨੂੰ ਨਹੀਂ ਵੇਖ ਰਹੇ, ਸਲੀਬ ਨੂੰ ਵੇਖ ਰਹੇ। ਪ੍ਰਭੂ ਯਿਸੂ ਮਸੀਹ ਦਾ ਬਲੀਦਾਨ ਮੈਨੂੰ ਬਚਾਉਂਦਾ ਹੈ। ਉਹ ਸ਼ਰਾਪਿਤ ਜਿਹੜਾ ਕੀਤਾ ਗਿਆ ਮੇਰੇ ਲਈ, ਨਿੰਦਿਤ ਕੀਤਾ ਗਿਆ ਮੇਰੇ ਲਈ, ਸਭ ਕੁਝ ਕੀਤਾ ਗਿਆ ਅਤੇ ਮੁਰਦਿਆਂ ਵਿੱਚੋਂ ਜੀ ਉੱਠਿਆ, ਉਹ ਮੈਨੂੰ ਬਚਾਉਂਦਾ ਹੈ। ਪਰ ਬਾਈਬਲ ਮੈਨੂੰ ਇਹ ਦੱਸਦੀ ਹੈ ਕਿ ਇਹ ਕਿਸੇ ਖੁਸ਼ਖਬਰੀ ਦੇ ਪ੍ਰਚਾਰਕ ਦੇ ਸਿਰ ਉੱਤੇ ਲੱਜਾ ਅਤੇ ਉਪਹਾਸ ਥੋਪ ਦੇਣਾ ਹੈ, ਜੋ ਵੀ ਇਹ ਵਿਸ਼ਵਾਸ ਕਰਦਾ ਹੈ ਕਿ ਮੁਕਤੀ ਮਸੀਹ ਦੇ ਅਨਮੋਲ ਲਹੂ ਦੇ ਰਾਹੀਂ ਪ੍ਰਾਪਤ ਹੁੰਦੀ ਹੈ। ਜੋ ਕੋਈ ਵਿਸ਼ਵਾਸ ਕਰਦਾ ਹੈ ਉਸ ਦੇ ਲਈ ਤਾਂ ਜੀਵਨ ਹੈ, ਜਿਹੜਾ ਵਿਸ਼ਵਾਸ ਨਹੀਂ ਕਰਦਾ ਉਸ ਦੇ ਲਈ ਮੂਰਖਤਾ ਹੀ ਹੈ। ਕਿਉਂ? ਕਿਉਂਕਿ ਉਹ ਮੌਤ ਵਿੱਚ ਜਾ ਰਿਹਾ ਹੈ। ਮੂਰਖ ਹੈ ਜਿਹੜਾ ਪਰਮੇਸ਼ਰ ਦੀ ਗੱਲ ਨੂੰ ਸਮਝਦਾ ਨਹੀਂ। ਮੂਰਖ ਹੈ ਜਿਹੜਾ ਪਰਮੇਸ਼ਰ ਦੇ ਦੱਸੇ ਹੋਏ ਨਿਯਮ ਦੇ ਅਨੁਸਾਰ ਚੱਲਦਾ ਨਹੀਂ। ਮੂਰਖ ਹੈ ਜਿਹੜਾ ਪਰਮੇਸ਼ਰ ਦੇ ਕੀਤੇ ਹੋਏ ਕੰਮ ਦੇ ਉੱਤੇ ਨਿਚਾ ਨਹੀਂ ਕਰਦਾ। ਬਾਈਬਲ ਇਸ ਦਾ ਸਾਫ਼ ਸਾਨੂੰ ਸੰਦੇਸ਼ ਦਿੰਦੀ ਹੈ, ਔਰ ਬਾਈਬਲ ਇਹ ਦੱਸਦੀ ਹੈ ਕਿ ਕਰੂਸ ਦੀ ਠੋਕਰ ਕਿੱਥੋਂ ਆਈ ਹੈ। ਇਹ ਇੱਕ ਜਦੋਂ ਮਨੁੱਖ ਨੂੰ ਦੱਸਿਆ ਜਾਂਦਾ ਹੈ ਕਿ ਉਹ ਪਾਪੀ ਹੈ, ਆਪਣੇ ਆਪ ਨੂੰ ਬਚਾਉਣ ਦੇ ਲਈ ਅਸਹਾਏ ਹੈ ਅਤੇ ਉਸ ਦੇ ਅਭਿਮਾਨ ਜਿਹੜਾ ਉਸ ਨੂੰ ਠੋਕਰ ਪਹੁੰਚਾਉਂਦਾ। ਮੈਨੂੰ ਯਾਦ ਹੈ ਕਿ ਮੈਂ ਜਦੋਂ ਪ੍ਰਚਾਰ ਦੇ ਲਈ ਜਾ ਰਿਹਾ ਸੀ ਤਾਂ ਕਿਸੇ ਇੱਕ ਵਿਅਕਤੀ ਨੇ ਮੈਨੂੰ ਪੁੱਛਿਆ ਕਿ ਤੁਸੀਂ ਇਹ ਕੀ ਕਰ ਰਹੇ ਹੋ। ਮੈਂ ਉਹਨਾਂ ਨੂੰ ਦੱਸਿਆ ਕਿ ਅਸੀਂ ਯਿਸੂ ਮਸੀਹ ਦਾ ਪ੍ਰਚਾਰ ਕਰ ਰਹੇ ਹਾਂ, ਜਿਹੜਾ ਇਸ ਦੁਨੀਆ ਦੇ ਵਿੱਚ ਪਾਪੀ ਮਨੁੱਖ ਨੂੰ ਬਚਾਉਣ ਦੇ ਲਈ ਆਇਆ, ਜਿਸ ਨੇ ਉਹਨਾਂ ਦੇ ਪਾਪਾਂ ਦਾ ਕਰਜ਼ ਕੈਲਵਰੀ ਕਰੂਸ ਦੇ ਉੱਤੇ ਅਦਾ ਕੀਤਾ ਅਤੇ ਉਹ ਮਾਰਿਆ ਗਿਆ ਅਤੇ ਦਫਨ ਕੀਤਾ ਗਿਆ ਤੇ ਤੀਸਰੇ ਦਿਨ ਜੀ ਉੱਠਿਆ। ਉਹ ਹੁਣ ਮੇਰਾ ਪ੍ਰਭੂ ਹੈ, ਅਸੀਂ ਉਹਦਾ ਪ੍ਰਚਾਰ ਕਰ ਰਹੇ ਹਾਂ। ਉਸਨੇ ਕਿਹਾ ਮੇਰੇ ਕੋਲ ਆਓ ਅਤੇ ਬੈਠੋ ਅਤੇ ਮੇਰੇ ਨਾਲ ਗੱਲ ਕਰੋ। ਮੈਂ ਉਹਦੇ ਘਰ ਗਿਆ ਅਤੇ ਉਹਦੇ ਬਾਹਰ ਅਸੀਂ ਬਰਾਮਦੇ ਦੇ ਵਿੱਚ ਬੈਠ ਗਏ। ਪਹਿਲਾਂ ਜਦੋਂ ਮੈਂ ਇਹ ਪੂਰਾ ਪ੍ਰਭੂ ਯਿਸੂ ਮਸੀਹ ਦਾ ਖੁਸ਼ਖਬਰੀ ਦਾ ਪ੍ਰਚਾਰ ਉਹਨੂੰ ਕਰ ਦਿੱਤਾ, ਮੈਂ ਕਿਹਾ ਜੇ ਤੁਸੀਂ ਆਪਣੇ ਆਪ ਦੇ ਜੀਵਨ ਨੂੰ ਸੁਰੱਖਿਅਤ ਕਰਨਾ ਚਾਹੁੰਦੇ ਹੋ, ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਸਵਰਗ ਦੇ ਆਨੰਦ ਨੂੰ ਪ੍ਰਾਪਤ ਕਰਾਂ, ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਪਰਮੇਸ਼ਰ ਪਿਤਾ ਦੇ ਆਸ਼ੀਸ਼ਾਂ ਨੂੰ ਆਪਣੇ ਜੀਵਨ ਵਿੱਚ ਪ੍ਰਾਪਤ ਕਰਾਂ, ਤਾਂ ਤੁਹਾਨੂੰ ਪ੍ਰਭੂ ਯਿਸੂ ਮਸੀਹ ਨੂੰ ਸਵੀਕਾਰ ਕਰਨਾ ਪਏਗਾ। ਉਹ ਕਹਿੰਦਾ ਮੈਂ ਇਸ ਗੱਲ ਨੂੰ ਤਿਆਰ ਹਾਂ, ਮੈਂ ਸਵੀਕਾਰ। ਮੈਂ ਕਿਹਾ ਇਸ ਗੱਲ ਨੂੰ ਸਵੀਕਾਰ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਮੰਨਣਾ ਪਏਗਾ ਕਿ ਉਸ ਪਰਮੇਸ਼ਵਰ ਦੇ ਅੱਗੇ ਕਿ ਪ੍ਰਭੂ ਯਿਸੂ ਮਸੀਹ ਮੈਂ ਪਾਪੀ ਹਾਂ। ਕਹਿੰਦਾ ਇਹ ਮੈਂ ਕਦੇ ਸਵੀਕਾਰ ਨਹੀਂ ਕਰ ਸਕਦਾ, ਮੈਂ ਪਾਪੀ। ਮੈਂ ਕਿਹੜਾ ਕੋਈ ਗੰਦਾ ਕੰਮ ਕਰਦਾ, ਮੈਂ ਕਿਹੜਾ ਕੋਈ ਬੁਰਾ ਕੰਮ ਕਰਦਾ। ਮੈਂ ਰੋਜ਼ ਸਵੇਰੇ ਉੱਠ ਕੇ ਗੁਰਦੁਆਰੇ ਜਾਂਦਾ, ਨਿਤਨੇਮ ਕਰਦਾ, ਹਰ ਇੱਕ ਦੇ ਨਾਲ ਭਲਾਈ ਕਰਦਾ, ਮੈਂ ਇਮਾਨਦਾਰੀ ਵਾਲਾ ਕੰਮ ਕਰਦਾ ਹਾਂ। ਮੈਂ ਕਿੱਦਾਂ ਕਹਿ ਸਕਦਾ ਹਾਂ ਮੈਂ ਪਾਪੀ ਹਾਂ? ਕੁਝ ਸਮੇਂ ਦੇ ਲਈ ਮੈਂ ਸ਼ਾਂਤ ਹੋ ਗਿਆ। ਸ਼ਾਂਤ ਹੋਣ ਤੋਂ ਬਾਅਦ ਉਹ ਵਿਅਕਤੀ ਮੇਰੇ ਵੱਲ ਕਹਿੰਦਾ ਭਾਈ ਇਹ ਗੱਲ ਨਹੀਂ ਹੋ ਸਕਦੀ। ਮੈਂ ਉਸ ਨੂੰ ਇੱਕ ਗੱਲ ਕਹੀ, ਮੈਂ ਕਿਹਾ ਤੁਸੀਂ ਪੈਦਾ ਕਿੱਦਾਂ ਹੋਏ? ਉਸ ਨੇ ਮੈਨੂੰ ਕਿਹਾ ਇਹ ਕਿਹੜਾ ਬੇਖੁਦਾ ਸਵਾਲ ਤੁਸੀਂ ਕਰ ਦਿੱਤਾ। ਮੈਂ ਕਿਹਾ ਮੈਂ ਬੇਖੁਦਾ ਸਵਾਲ ਨਹੀਂ ਕਰ ਰਿਹਾ, ਮੈਂ ਆਪਣੀ ਮਾਂ ਤੋਂ ਅਤੇ ਆਪਣੇ ਪਿਤਾ ਦੀ ਉਹਨਾਂ ਦੇ ਸੰਗ ਤੋਂ ਪੈਦਾ ਹੋਇਆ। ਤੁਸੀਂ ਕਿੱਦਾਂ ਪੈਦਾ ਹੋਏ? ਕਹਿੰਦਾ ਜਿੱਦਾਂ ਤੁਸੀਂ ਪੈਦਾ ਉਦਾਂ ਹੀ ਮੈਂ ਵੀ ਪੈਦਾ ਹੋਇਆ। ਮੈਂ ਕਿਹਾ ਕੀ ਇਹ ਪਰਮੇਸ਼ਰ ਦੀ ਸੋਚ ਤੋਂ ਪੈਦਾ ਹੋਏ? ਕਹਿੰਦਾ ਨਹੀਂ, ਉਹਨਾਂ ਦੇ ਵਿਚਾਰ ਸੀ ਸਾਡੇ ਇੱਕ ਔਲਾਦ ਹੋਊਗੀ, ਸਾਡਾ ਭਲਾ ਕਰੋਗੇ। ਮੈਂ ਕਿਹਾ ਇਹੀ ਚੀਜ਼ ਸੋਚਣੀ। ਤੁਹਾਡੇ ਪਿਤਾ ਦਾ ਸੁਭਾਅ ਕਿੱਦਾਂ ਦਾ ਸੀ? ਤੁਹਾਡੀ ਮਾਤਾ ਦਾ ਸੁਭਾਅ ਕਿੱਦਾਂ ਦਾ ਸੀ? ਸਮਾਜ ਕੀ ਦੱਸਦਾ ਹੈ? ਮੇਰੇ ਪਿਆਰੇ ਅਸੀਸ, ਮੈਂ ਜਦੋਂ ਇਹ ਗੱਲਾਂ ਉਸ ਨਾਲ ਕਰ ਰਿਹਾ ਸੀ, ਉਸ ਦੇ ਅੰਦਰ ਉਹ ਗੱਲ ਆਉਣੀ ਸ਼ੁਰੂ ਕੀਤੀ ਹੈ। ਮੈਂ ਕਿਹਾ ਦੇਖੋ ਅਸੀਂ ਜਨਮ ਤੋਂ ਪਾਪੀ ਹਾਂ। ਬਾਈਬਲ ਦੇ ਵਿੱਚ ਜਦੋਂ ਅਸੀਂ ਜ਼ਬੂਰ 51 ਪੜ੍ਹਦੇ ਹਾਂ
ਤਾਂ ਉਸਦੀ 5 ਆਇਤ ਦੇ ਵਿੱਚ ਦਾਊਦ ਬਾਦਸ਼ਾਹ ਇਹ ਗੱਲ ਕਹਿੰਦਾ, ਦਾਊਦ ਬਾਦਸ਼ਾਹ ਜਿਹੜਾ ਸੀ ਉਹ ਇਹ ਗੱਲ ਕਹਿੰਦਾ ਮੇਰੀ ਮਾਂ ਨੇ ਕੁੱਖ ਦੇ ਵਿੱਚ ਮੈਨੂੰ ਪਾਪ ਦੇ ਨਾਲ ਪੈਦਾ ਕੀਤਾ। ਮੈਂ ਉਸ ਵਿਅਕਤੀ ਨੂੰ ਇਹ ਗੱਲ ਕਹੀ, ਇਹ ਵਿਰਾਸਤ ਮੈਂ ਕਿਹਾ ਹੁਣ ਦੇਖ ਤੇਰੀ ਜ਼ਮੀਨ ਕਿਹਨੂੰ ਜਾਊਗੀ? ਕਹਿੰਦਾ ਮੇਰੇ ਬੱਚਿਆਂ ਨੂੰ ਜਾਊਗੀ। ਤੇ ਤੁਹਾਡੇ ਬਾਪ ਦਾਦਿਆਂ ਤੋਂ ਜੋ ਜਗ੍ਹਾ ਚਲੀ ਆ ਰਹੀ ਉਹ ਕਹਿੰਦਾ ਉਹ ਤਾਂ ਫਿਰ ਸਾਡੇ ਗਾਹਾਂ ਸੰਤਾਨ ਨੂੰ ਜਾ ਰਹੀ ਹੈ। ਇਹਦਾ ਮਤਲਬ ਪਾਪ ਵੀ ਇਸੇ ਤਰ੍ਹਾਂ ਹੈ, ਤੁਹਾਡੇ ਬਾਪ ਦਾਦਿਆਂ ਤੋਂ ਤੁਹਾਡੇ ਜੀਵਨ 'ਚ ਆਇਆ। ਤੁਸੀਂ ਜਿੰਨਾ ਮਰਜ਼ੀ, ਬਾਈਬਲ ਦੇ ਵਿੱਚ ਲਿਖਿਆ ਹੈ, ਜਦੋਂ ਅਸੀਂ 64 ਅਧਿਆਏ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਲਿਖਿਆ ਤੁਹਾਡੇ ਕੰਮ ਪਰਮੇਸ਼ਰ ਦੇ ਸਾਹਮਣੇ ਮੈਲੇ ਚਿਥੜੇ ਕੱਪੜਿਆਂ ਦੇ ਸਮਾਨ ਹੈ। ਯੂ ਆਰ ਦਾ ਸਿਨਰ। ਤੁਸੀਂ ਪਾਪੀ ਹੋ, ਤੁਹਾਨੂੰ ਮੰਨਣਾ ਹੀ ਪਏਗਾ। ਪਰ ਪਰਮੇਸ਼ਵਰ ਨੇ ਮੇਰੇ ਲਈ ਪਾਪ ਦਾ ਨਿਸਤਾਰਾ ਕੀਤਾ। ਦੂਸਰੀ ਗੱਲ ਮੈਂ ਆਪ ਨੂੰ ਹੀ ਦੱਸਣਾ, ਇੱਕ ਤਾਂ ਸਾਨੂੰ ਪਤਾ ਚੱਲਦਾ ਆ ਰਿਹਾ ਬਾਪ ਦਾਦਿਆਂ ਤੋਂ ਅਸੀਂ ਪਾਪੀ ਹਾਂ। ਦੂਸਰੀ ਗੱਲ ਅਸੀਂ ਕਹਿੰਦੇ ਹਾਂ ਅਸੀਂ ਪਾਪ ਨਹੀਂ ਕੀਤਾ। ਤੁਸੀਂ ਕਿੰਨੇ ਰੋਜ਼ ਆਪਣੇ ਜੀਵਨ ਦੇ ਵਿੱਚ ਅਜਿਹੀਆਂ ਗੱਲਾਂ ਕਰਦੇ ਹੋ ਜਿਸ ਦੇ ਵਿੱਚ ਕਈ ਵਾਰ ਤੁਹਾਨੂੰ ਆਪਣੇ ਆਪ ਨੂੰ ਫੀਲ ਹੁੰਦਾ ਹੈ ਇਹ ਗੱਲ ਮੈਨੂੰ ਕਰਨੀ ਚਾਹੀਦੀ। ਕਹਿੰਦਾ ਹਾਂ ਏਦਾਂ ਹੁੰਦਾ ਹੈ, ਤਾਂ ਫਿਰ ਉਹ ਗਿਲਟੀ ਹੈ, ਇਹਦਾ ਮਤਲਬ ਪਾਪ ਹੈ। ਪਾਪ ਕਈ ਤਰੀਕਿਆਂ ਦੇ ਨਾਲ ਅਸੀਂ ਸੋਚਦੇ ਹਾਂ ਅਸੀਂ ਭਲਾ ਕਰ ਰਹੇ ਹਾਂ, ਅਸੀਂ ਦਾਨ ਕਰ ਰਹੇ ਹਾਂ, ਅਸੀਂ ਉਹ ਕਰ ਰਹੇ ਹਾਂ, ਉਹ ਕਰ ਰਹੇ ਹਾਂ। ਇਹ ਕਦੇ ਵੀ ਸਾਨੂੰ ਪਾਪ ਤੋਂ, ਜਦ ਤੱਕ ਮੈਂ ਪ੍ਰਭੂ ਯਿਸੂ ਮਸੀਹ ਦੇ ਕੋਲ ਆ ਕੇ ਸਵੀਕਾਰ ਨਹੀਂ ਕਰਦਾ ਕਿ ਮੇਰੇ ਪਾਪ ਦੇ ਲਈ ਪ੍ਰਭੂ ਯਿਸੂ ਮਸੀਹ ਮਾਰਿਆ ਗਿਆ, ਗੱਡਿਆ ਗਿਆ ਤੇ ਤੀਸਰੇ ਦਿਨ ਜੀ ਉੱਠਿਆ, ਉਹ ਮੇਰਾ ਪ੍ਰਭੂ ਹੈ, ਉਦੋਂ ਤੱਕ ਮੈਂ ਬਚ ਨਹੀਂ ਸਕਦਾ। ਜਿਹੜੇ ਸਵੀਕਾਰ ਨਹੀਂ ਕਰਦੇ ਉਹਨਾਂ ਦੇ ਜੀਵਨ ਦੇ ਵਿੱਚ ਠੋਕਰ ਆਉਂਦੀ ਹੈ ਅਤੇ ਇਹ ਠੋਕਰ ਜਿਹੜੀ ਹੈ ਉਹਨਾਂ ਦੇ ਜੀਵਨ ਦੇ ਵਿੱਚ ਉਹਨਾਂ ਨੂੰ ਪਰਮੇਸ਼ਰ ਤੋਂ ਦੂਰ ਲੈ ਜਾਂਦੀ ਹੈ। ਮੈਂ ਜਦੋਂ ਉਸ ਭਾਈ ਦੇ ਨਾਲ ਇਹ ਗੱਲ ਕਰਦਾ ਜਾ ਰਿਹਾ ਸੀ ਅਤੇ ਉਸ ਦੇ ਜੀਵਨ ਦੇ ਵਿੱਚ ਗੱਲਾਂ ਉਤਰਦੀਆਂ ਜਾ ਰਹੀਆਂ ਸੀ, ਤਦ ਬੈਠੇ ਬੈਠੇ ਉਹਦੇ ਅੱਖਾਂ ਦੇ ਵਿੱਚੋਂ ਹੰਝੂ ਨਿਕਲ ਆਏ। ਕਹਿੰਦਾ ਸੱਚਮੁੱਚ ਮੈਂ ਪਾਪੀ ਹਾਂ, ਮੈਂ ਪਰਮੇਸ਼ਰ ਦਾ ਪਾਪ ਦੇ ਅੱਗੇ ਉਹਦੇ ਨਿਮਿਤ ਮੈਂ ਕਰਜਦਾ, ਮੈਂ ਪਰਮੇਸ਼ਰ ਕੋਲ ਨਹੀਂ ਜਾ ਸਕਦਾ। ਪਰਮੇਸ਼ਰ ਦੇ ਨੇੜੇ ਆਉਣ ਦੇ ਲਈ ਤਾਂ ਪਰਮੇਸ਼ਰ ਨੇ ਕੰਮ ਕੀਤਾ ਹੈ। ਯਹੂਦੀ ਅਤੇ ਯੂਨਾਨੀਆਂ ਦੇ ਵਿੱਚ ਇਹੋ ਤਾਂ ਪ੍ਰੋਬਲਮ ਸੀ। ਮੈਂ ਜਦੋਂ ਇਸ ਵਚਨ ਨੂੰ ਥੋੜਾ ਜਿਹਾ ਅੱਗੇ ਪੜ੍ਹਦਾ ਤਾਂ ਲਿਖਿਆ ਹੈ 22 ਆਇਤ ਦੇ ਵਿੱਚ, ਪਹਿਲਾ ਕੁਰਿੰਥੀਆਂ 1 ਅਧਿਆਇ ਉਸ ਦੀ 22, ਯਹੂਦੀ ਤਾਂ ਨਿਸ਼ਾਨੀਆਂ ਮੰਗਦੇ ਅਤੇ ਯੂਨਾਨੀ ਗਿਆਨ ਨੂੰ ਭਾਲਦੇ ਆ। ਇਸੇ ਕਰਕੇ ਤਾਂ ਉਹਨਾਂ ਦੇ ਲਈ ਇਹ ਚੀਜ਼ ਠੋਕਰ ਦਾ ਕਾਰਨ ਬਣੀ। ਠੋਕਰ ਆਈ ਕਿੱਥੋਂ? ਇਸੇ ਗੱਲ ਤੋਂ ਆਈ, ਜਦੋਂ ਅਸੀਂ ਕਹਿੰਦੇ ਭਾਈ ਸਾਨੂੰ ਆਪਣੇ ਪਾਪ ਨੂੰ ਪਰਮੇਸ਼ਰ ਦੇ ਅੱਗੇ ਮੰਨਣਾ ਪਏਗਾ। ਲੈ ਮੈਂ ਕਿੱਥੋਂ ਪਾਪੀ? ਮੈਂ ਤਾਂ ਪਾਪੀ ਹੈ ਹੀ ਨਹੀਂ। ਕਿਸੇ ਨਾਲ ਵੀ ਗੱਲ ਕਰੋ ਤਾਂ ਉਹ ਇਹੀ ਗੱਲ ਕਹਿੰਦਾ ਮੈਂ ਕਿੱਥੋਂ ਪਾਪੀ ਹਾਂ, ਮੈਂ ਤਾਂ ਪਾਪ ਕੀਤਾ ਹੀ ਨਹੀਂ। ਇਹ ਮਨੁੱਖ ਦੀ ਬੁੱਧੀ ਜਿਹੜੀ ਹੈ ਇਸ ਗੱਲ ਦਾ ਵਿਰੋਧ ਕਰਦੀ ਹੈ ਅਤੇ ਮਨੁੱਖ ਦੀ ਬੁੱਧੀ ਕਹਿੰਦੀ ਹੈ ਕਿ ਸਾਰੀਆਂ ਵਸਤਾਂ ਅਤੇ ਹਰ ਇੱਕ ਮਨੁੱਖ ਦਾ ਇੱਕ ਮੁੱਲ ਹੈ ਅਤੇ ਮਨੁੱਖ ਕਿਸੇ ਨਾ ਕਿਸੇ ਰੂਪ ਵਿੱਚ ਪਾਪ ਦਾ ਰਿਣ ਪਰਮੇਸ਼ਰ ਨੂੰ ਚੁਕਾਉਣ ਵਿੱਚ ਅਸਮਰਥ ਹੈ। ਸਮਰਥ ਹੀ ਨਹੀਂ। ਜੋ ਕੁਝ ਵੀ ਮਨੁੱਖ ਕਰ ਰਿਹਾ ਹੈ, ਜੋ ਕੁਝ ਵੀ ਉਹ ਕਰਨ ਜਾ ਰਿਹਾ ਹੈ, ਉਹ ਉਸ ਨੂੰ ਕਦੇ ਵੀ ਪਾਪ ਤੋਂ ਨਹੀਂ ਬਚਾ ਸਕਦਾ। ਭਾਵੇਂ ਕਿੰਨਾ ਵੀ ਉਹ ਕੰਮ ਕਰੇ, ਕਿੰਨੇ ਵੀ ਧਾਰਮਿਕਤਾ ਦੇ ਕੰਮ ਕਰੇ, ਉਹਨੂੰ ਉਹ ਬਚਾ ਨਹੀਂ ਸਕਦੇ। ਬਾਈਬਲ ਦੇ ਵਿੱਚ ਲਿਖਿਆ ਆਕਾਸ਼ ਦੇ ਹੇਠਾਂ ਮਨੁੱਖਾਂ ਦੇ ਵਿਚਕਾਰ ਇੱਕੋ ਹੀ ਨਾਮ ਦਿੱਤਾ ਗਿਆ ਜਿਸ ਤੋਂ ਅਸੀਂ ਬਚਾਏ ਜਾਣਾ ਹੈ, ਅਰਥਾਤ ਯਿਸੂ ਮਸੀਹ। ਔਰ ਲੋਕ ਇਸ ਗੱਲ ਦੇ ਉੱਤੇ ਠੋਕਰ ਕਹਿੰਦੇ ਉਹ ਕਿੱਦਾਂ, ਬਾਕੀ ਆਪਣਾ ਗਲਤ। ਬਾਈਬਲ ਦੇ ਵਿੱਚ ਇੱਕ ਗੱਲ ਲਿਖੀ ਆ, ਖੂਨ ਦਾ ਬਦਲਾ ਖੂਨ। ਤੇ ਪਾਪ ਦੇ ਲਈ ਇੱਕ ਪਵਿੱਤਰ ਬਲੀਦਾਨ ਦੇਣਾ ਜ਼ਰੂਰੀ ਸੀ। ਔਰ ਉਸ ਪਾਪ ਦੇ ਲਈ ਪਵਿੱਤਰ ਬਲੀਦਾਨ ਇਸ ਦੁਨੀਆ ਦੇ ਵਿੱਚ ਕੋਈ ਵੀ ਨਹੀਂ ਸੀ, ਕਿਉਂਕਿ ਸਭ ਪਾਪ ਤੋਂ ਪੈਦਾ ਹੋਏ ਸੀ। ਕੋਈ ਵੀ ਪਾਪ ਤੋਂ ਬਗੈਰ ਪੈਦਾ ਨਹੀਂ ਹੋਇਆ, ਸਭ ਪਾਪ ਦੇ ਹੇਠਾਂ ਸੀ। ਇਸੇ ਕਰਕੇ ਤਾਂ ਰੋਮੀਆਂ 'ਚ ਲਿਖਿਆ ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ਰ ਦੇ ਪ੍ਰਤਾਪ ਤੋਂ ਰਹਿ ਗਏ।
ਉਹਨਾਂ ਨੂੰ ਉਸ ਠੋਕਰ ਦਾ ਕਾਰਨ ਸਮਝ ਨਹੀਂ ਸੀ ਆ ਰਿਹਾ। ਅਸੀਂ ਸਭ ਪਾਪ ਦੇ ਵਿੱਚ ਪੈਦਾ। ਬਾਈਬਲ ਦੱਸਦੀ ਹੈ ਕਿ ਪਰਮੇਸ਼ਵਰ ਨੇ ਮੈਨੂੰ ਪਾਪ ਤੋਂ ਬਚਾਉਣ ਦੇ ਲਈ ਪਵਿੱਤਰ ਯੋਜਨਾ ਦੇ ਵਿੱਚ ਪਵਿੱਤਰ ਮਨੁੱਖੀ ਰੂਪ ਧਾਰ ਕੇ ਇਸ ਦੁਨੀਆ ਦੇ ਵਿੱਚ ਯਿਸੂ ਮਸੀਹ ਦੇ ਸਰੂਪ ਜਦੋਂ ਪੈਦਾ ਹੋਇਆ, ਉਹ ਕਿਸੇ ਮਨੁੱਖ ਦੇ ਮੇਲ ਤੋਂ ਨਹੀਂ। ਬਾਈਬਲ ਦੇ ਵਿੱਚ ਲਿਖਿਆ ਉਹ ਪਵਿੱਤਰ ਆਤਮਾ ਤੋਂ ਪੈਦਾ ਹੋਇਆ। ਕਵਾਰੀ ਤੋਂ ਪੈਦਾ ਹੋਇਆ। ਯਸ਼ਾਇਆ ਕਹਿੰਦਾ ਹੈ ਉਹ ਬੰਜਰ ਭੂਮੀ ਤੋਂ ਅੰकुर ਫੁੱਟ ਨਿਕਲਿਆ। ਉਹ ਪਰਮੇਸ਼ਵਰ ਕੰਮ ਕਰ ਸਕਦਾ। ਪਰਮੇਸ਼ਵਰ ਦੇ ਲਈ ਕੁਝ ਵੀ ਅਸੰਭਵ ਨਹੀਂ, ਪਰ ਉਹਨੇ ਮੈਨੂੰ ਅਤੇ ਆਪ ਨੂੰ ਅਤੇ ਸਰਵਤ ਮਨੁੱਖ ਜਾਤੀ ਨੂੰ ਬਚਾਉਣ ਦੇ ਲਈ ਇਹ ਕੰਮ ਕੀਤਾ ਹੈ। ਜਦੋਂ ਅਸੀਂ ਇਸ ਗੱਲ ਨੂੰ ਕਰਦੇ ਹਾਂ, ਇਸ ਗੱਲ ਨੂੰ ਮੰਨਦੇ ਹਾਂ, ਕਹਿੰਦਾ ਮਨੁੱਖ ਕਿਸੇ ਨਾ ਕਿਸੇ ਰੂਪ ਵਿੱਚ ਪਾਪ ਦਾ ਰਣ ਪਰਮੇਸ਼ਰ ਨੂੰ ਚੁਕਾਉਣ ਦੇ ਲਈ ਸਮਰਥ ਹੈ ਅਤੇ ਉਹ ਧਾਰਮਿਕਤਾ ਦੇ ਇਸ ਮੁੱਲ ਨੂੰ ਅਦਾ ਕਰਕੇ ਪ੍ਰਾਪਤ ਨਹੀਂ ਕਰ ਸਕਦਾ। ਕਿਹੜੇ? ਆਪਣਾ ਕੰਮ। ਮੈਂ ਜੀ ਆਪਣਾ ਉੱਥੇ ਜਾ ਕੇ ਆਹ ਕੰਮ ਕਰ ਦਿੱਤਾ, ਮੈਂ ਇੰਨਿਆਂ ਨੂੰ ਦਾਨ ਕਰ ਦਿੱਤਾ, ਮੈਂ ਕਿਸੇ ਦਾ ਵਿਆਹ ਕਰਾਤਾ, ਮੈਂ ਕਿਸੇ ਨੂੰ ਏਦਾਂ ਕਰ ਦਿੱਤਾ। ਇਹ ਗਲਤ ਚੀਜ਼ਾਂ ਹੈ। ਇਸ ਦੇ ਨਾਲ ਕਦੇ ਵੀ ਪਰਮੇਸ਼ਰ ਦੀ ਮੁਕਤੀ ਨੂੰ ਪ੍ਰਾਪਤ ਨਹੀਂ ਕਰ ਸਕਦੇ। ਪਰਮੇਸ਼ਵਰ ਦੀ ਮੁਕਤੀ ਨੂੰ ਪ੍ਰਾਪਤ ਕਰਨਾ ਹੈ ਤਾਂ ਸਾਨੂੰ ਉਹਨੂੰ ਸਵੀਕਾਰ ਕਰਨਾ ਪਏਗਾ, ਔਰ ਸਵੀਕਾਰ ਕਰਨ ਦੇ ਲਈ ਮੰਨਣਾ ਪਏਗਾ ਪਰਮੇਸ਼ਰ ਮੈਂ ਪਾਪੀ ਹਾਂ। ਤੁਸੀਂ ਮੇਰੇ ਪਾਪੀ ਦੇ ਲਈ ਆਪਣੇ ਪਿਆਰੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਮੇਰੇ ਪਾਪ ਦਾ ਕਰਜ਼ ਕਾਲਵਰੀ ਕਰੂਸ ਦੇ ਉੱਤੇ ਅਦਾ ਕੀਤਾ। ਇਹ ਮੰਨਣਾ ਪਏਗਾ। ਜਦ ਤੱਕ ਨਹੀਂ ਮੰਨਦੇ, ਮੇਰਾ ਪਰਮੇਸ਼ਵਰ ਦੇ ਨਾਲ ਮੇਲ ਨਹੀਂ ਹੋ ਸਕਦਾ। ਮੈਂ ਪਰਮੇਸ਼ਵਰ ਦੀ ਸਵਰਗ ਰਾਜ ਦਾ ਅਧਿਕਾਰੀ ਨਹੀਂ ਹੋ ਸਕਦਾ। ਮੈਂ ਪਰਮੇਸ਼ਵਰ ਦੀਆਂ ਸਵਰਗੀਆਂ ਆਸ਼ਾ ਨੂੰ ਪ੍ਰਾਪਤ ਨਹੀਂ ਕਰ ਸਕਦਾ। ਮੈਂ ਸਦਾ ਦੇ ਜੀਵਨ ਨੂੰ ਪ੍ਰਾਪਤ ਨਹੀਂ ਕਰ ਸਕਦਾ। ਮੈਂ ਪਰਮੇਸ਼ਵਰ ਦਾ ਪੁੱਤਰ ਨਹੀਂ ਬਣ ਸਕਦਾ। ਬਹੁਤ ਸਾਰੀਆਂ ਗੱਲਾਂ ਹੈ, ਜਦ ਤੱਕ ਮੈਂ ਸਵੀਕਾਰ ਨਹੀਂ ਕਰਦਾ, ਮੈਂ ਉਹਨਾਂ ਚੀਜ਼ਾਂ ਦੇ ਨਾਲ ਮੇਲ ਨਹੀਂ ਕਰ ਸਕਦਾ। ਜਦੋਂ ਮੈਂ ਸਵੀਕਾਰ ਕਰਦਾ ਤਾਂ ਮੇਰਾ ਮੇਲ ਪਰਮੇਸ਼ਵਰ ਦੇ ਨਾਲ ਹੋ ਜਾਂਦਾ ਹੈ। ਔਰ ਉਸ ਦੇ ਲਈ ਪਰਮੇਸ਼ਵਰ ਦੇ ਵਚਨ ਦੇ ਵਿੱਚ ਇੱਕ ਵਚਨ ਮੈਂ ਪੜ੍ਹਨਾ ਚਾਹੁੰਦਾ ਹਾਂ। ਕਲੋਸੀਆਂ ਦੀ ਪੁਸਤਕ ਉਸ ਦਾ 1 ਅਧਿਆਇ ਉਸ ਦੀ 20 ਆਇਤ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਕਹਿੰਦਾ ਅਤੇ ਉਸ ਦੀ ਸਲੀਬ ਦੇ ਲਹੂ ਦੇ ਵਸੀਲੇ ਮੇਲ ਕਰਾ ਕੇ ਧਰਤੀ ਉਤਲੀਆਂ ਅਤੇ ਆਕਾਸ਼ ਉਤਲੀਆਂ ਅਤੇ ਸਾਰੀਆਂ ਵਸਤਾਂ ਨੂੰ ਉਸ ਦੇ ਰਾਹੀਂ, ਹਾਂ ਉਸ ਦੇ ਰਾਹੀਂ ਆਪਣੇ ਨਾਲ ਮਿਲਾਵੇ। ਇਹ ਉਸ ਦੇ ਰਾਹੀਂ ਹੀ ਹੋ ਸਕਦਾ ਹੈ। ਪਰ ਜਿਹੜੇ ਸਵੀਕਾਰ ਨਹੀਂ ਕਰਦੇ ਉਹਨਾਂ ਦੇ ਲਈ ਇਹ ਠੋਕਰ ਦਾ ਕਾਰਨ। ਠੋਕਰ ਦਾ ਕਾਰਨ ਕੀ ਹੈ? ਪਹਿਲੀ ਗੱਲ ਕਿੱਥੇ? ਜਦੋਂ ਮੈਂ ਕਹਿੰਦਾ ਹਾਂ ਭਾਈ ਸਾਨੂੰ ਮੰਨਣਾ ਪਏਗਾ ਆਈ ਐਮ ਦਾ ਸਿਨਰ। ਜਦੋਂ ਮੈਂ ਇਸ ਚੀਜ਼ ਨੂੰ ਸਵੀਕਾਰ ਕਰਦਾ ਹਾਂ ਤਾਂ ਮੇਰੇ ਲਈ ਰਸਤਾ ਖੁੱਲਦਾ ਹੈ। ਤੀਸਰੀ ਗੱਲ, ਇਸ ਠੋਕਰ ਦਾ ਪ੍ਰਗਟੀਕਰਨ। ਇਹ ਮੈਂ ਕੱਲ ਆਪ ਦੇ ਨਾਲ ਫਿਰ ਰੂਬਰੂ ਹੋਵਾਂਗਾ। ਅੱਜ ਅਸੀਂ ਦੇਖਿਆ ਹੈ ਕਰੂਸ ਦੀ ਠੋਕਰ ਕੀ ਹੈ। ਦੂਸਰਾ ਦੇਖਿਆ ਹੈ ਕਰੂਸ ਦੀ ਠੋਕਰ ਕਿੱਥੋਂ ਹੈ। ਕੱਲ ਤੀਸਰੀ ਗੱਲ ਅਸੀਂ ਦੇਖਾਂਗੇ ਜਿਹੜੀ ਠੋਕਰ ਹੈ ਉਸ ਦਾ ਪ੍ਰਗਟੀਕਰਨ ਕੀ ਹੈ। ਪ੍ਰਭੂ ਤਦ ਤੱਕ ਦੇ ਲਈ ਸਾਨੂੰ ਵਿਰਾਮ ਦੇਵੇ ਅਤੇ ਮੈਂ ਆਪਣੇ ਵਚਨ ਨੂੰ ਇੱਥੋਂ ਹੀ ਰੋਕਦਾ ਹਾਂ। ਕੱਲ ਫਿਰ ਅਸੀਂ ਇਸ ਦੇ ਨਾਲ ਰੂਬਰੂ ਹੋਵਾਂਗੇ। ਤਦ ਤੱਕ ਦੇ ਲਈ ਆਪ ਪ੍ਰਭੂ ਦੇ ਨਾਲ ਇਸ ਦੀ ਖੋਜ ਕਰੋ ਔਰ ਖੋਜ ਕਰਦਿਆਂ ਹੋਇਆ ਸੱਚਾਈ ਤੱਕ ਪਹੁੰਚੋ। ਪ੍ਰਭੂ ਆਪ ਨੂੰ ਇਸ ਸੱਚਾਈ ਤੱਕ ਪਹੁੰਚਣ ਦੇ ਲਈ ਆਪ ਦੀ ਮਦਦ ਕਰੇ। ਜੈ ਮਸੀਹ ਦੀ। ਮਾਰਾਨਾਥਾ।